प्रोग्राम रणजीत नगारा देख रहे सारे दर्शकों ਨੂੰ मैं सरबजीत ਸਿੰਘ ਘੁਮਾਣ फतेह अर्ज करदा ਹਾਂ जी। वाहिगुरू जी का खालसा वाहिगुरू जी की फतेह। 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਤੇ ਇਸ ਭਾਰਤ ਬੰਦ ਦੇ ਸੱਦੇ ਨੂੰ ਹਰ ਜਾਗਦੀ ਜ਼ਮੀਰ ਵਾਲੇ ਬੰਦੇ ਨੇ ਨੇਪਰੇ ਚਾੜਨ ਦਾ ਪਰਨ ਵੀ ਕਰ ਲਿਆ। ਸੋ 8 ਦਸੰਬਰ ਵਾਲੇ ਦਿਨ ਆਪਾਂ ਨੂੰ ਇਸ ਸੱਦੇ ਨੂੰ ਸਿਰੇ ਲਾਉਣ ਦੇ ਲਈ ਕੋਈ ਕਸਰ ਨਹੀਂ ਛੱਡਣੀ ਚਾਹੀਦੀ ਤੇ ਇਹ ਵੀ ਚੇਤੇ ਰੱਖਣ ਦੀ ਲੋੜ ਹੈ ਕਿ ਜਦੋਂ ਇਹੋ ਜਿਹਾ ਅੰਦੋਲਨ ਚੱਲ ਰਿਹਾ ਹੋਵੇ ਤਾਂ ਹਕੂਮਤੀ ਏਜੰਸੀਆਂ ਆਪਦੇ ਵੱਲੋਂ ਪੂਰੀ ਵਾਹ ਲਾ ਦਿੰਦੀਆਂ ਨੇ ਕਿ ਅੰਦੋਲਨ ਨੂੰ ਕੁਚਲਣ ਦਾ ਕੋਈ ਵਿੱਚੋਂ ਰਾਹ ਬਣ ਜਾਵੇ। ਜਾਣੀ ਕਿ ਜਦੋਂ ਸ਼ਾਂਤਮਈ ਅੰਦੋਲਨ ਚੱਲ ਰਿਹਾ ਹੋਵੇ ਉਦੋਂ ਸ਼ਾਂਤਮਈ ਅੰਦੋਲਨ ਦੇ ਵਿੱਚ ਸਰਕਾਰੀ ਜਿਹੜੇ ਦਲਾਲ ਹੁੰਦੇ ਆ ਦੱਲੇ ਉਹ ਵਿੱਚ ਵੜ ਕੇ ਇੱਕ ਅੱਧਾ ਪੱਥਰ ਜਾਂ ਕੋਈ ਹੋਰ ਭੜਕਾਊ ਹਰਕਤ ਕਰ ਦਿੰਦੇ ਆ। ਫਿਰ ਅਖਬਾਰ ਦੀ ਖਬਰ ਇਹ ਹੁੰਦੀ ਆ ਵੀ ਭੜਕੀ ਹੋਈ ਭੀੜ ਨੂੰ ਤਿੱਤਰ ਬਿੱਤਰ ਕਰਨ ਦੇ ਲਈ ਮਜਬੂਰੀ ਬਸ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ ਤੇ 100 ਫੱਟੜ 50 ਮਰੇ ਤੇ 300 ਗ੍ਰਿਫਤਾਰ। ਇਦਾਂ ਦੀਆਂ ਖਬਰਾਂ ਫਿਰ ਆਪਾਂ ਅਖਬਾਰਾਂ ਜਿਹੜੀਆਂ ਪੜ੍ਹਦੇ ਆ ਆਪਾਂ ਨੂੰ ਇਹ ਚੇਤਾ ਹੀ ਨਹੀਂ ਹੁੰਦਾ ਕਿ ਅਸਲ ਵਿੱਚ ਇਹ ਜਿਹੜਾ ਭਾਣਾ ਵਾਪਰਿਆ ਵੀ ਜਿਹੜੇ ਬੰਦੇ ਨੇ ਇਹ ਹਰਕਤ ਕੀਤੀ ਆ ਉਹ ਬੰਦਾ ਤਾਂ ਸਰਕਾਰ ਦਾ ਹੀ ਸੀ। ਸੋ ਮੈਂ ਜਿਹੜਾ ਮੇਰਾ ਜ਼ਿੰਦਗੀ ਦਾ ਤਜਰਬਾ ਉਹ ਮੈਂ ਸਾਂਝਾ ਕਰ ਰਿਹਾ ਕਿ ਇਸ ਭਾਰਤ ਬੰਦ ਵਾਲੇ ਸੱਦੇ ਵਾਲੇ ਦਿਨ ਪੂਰੀ ਜ਼ਿੰਮੇਵਾਰੀ ਨਾਲ ਹਰ ਥਾਂ ਦੇ ਉੱਤੇ ਆਪਦਾ ਮੁਸਤੈਦ ਰਹਿਣ ਦੀ ਲੋੜ ਹੈ। ਬੰਦ ਤਾਂ ਹੋਣਾ ਚਾਹੀਦਾ ਪਰ ਕਿਸੇ ਕਿਸਮ ਦੀ ਵਾਇਲੈਂਸ ਦੀ ਕਿਸੇ ਕਿਸਮ ਦੀ ਹਿੰਸਾ ਦੀ ਇਹਦੇ ਵਿੱਚ ਕੋਈ ਗੁੰਜਾਇਸ਼ ਨਾ ਹੈ, ਨਾ ਹੋਣੀ ਚਾਹੀਦੀ ਹੈ। ਇਹ ਲੋਕਾਂ ਦਾ ਅੰਦੋਲਨ ਹੈ। ਲੋਕਾਂ ਦੇ ਧੀਆਂ ਪੁੱਤ ਜਿਹੜੇ ਆ ਉਹ ਇਸ ਅੰਦੋਲਨ ਤੋਂ ਪ੍ਰਭਾਵਿਤ ਹੋਣੇ ਆ। ਸੋ ਅਸੀਂ ਜਿੱਥੇ ਇਸ ਅੰਦੋਲਨ ਦੇ ਭਾਰਤ ਬੰਦ ਵਾਲੇ ਸੱਦੇ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਬੇਨਤੀ ਕਰ ਰਹੇ ਹਾਂ ਉੱਥੇ ਨਾਲ ਦੀ ਨਾਲ ਦਿੱਲੀ ਵਿੱਚ ਜਿੱਥੇ ਇਹ ਅੰਦੋਲਨ ਪੂਰੇ ਸਿਖਰ ਤੇ ਗਿਆ ਹੋਇਆ ਉੱਥੇ ਜਿਹੜੀ ਲੀਡਰਸ਼ਿਪ ਇਸ ਅੰਦੋਲਨ ਦੀ ਅਗਵਾਈ ਕਰ ਰਹੀ ਆ ਉਹਨੂੰ ਵੀ ਸੁਚੇਤ ਕਰਦੇ ਆ ਬਈ ਬਹੁਤ ਸਾਰੇ ਇਹੋ ਜਿਹੇ ਬੰਦੇ ਸਾਡੇ ਆਲੇ ਦੁਆਲੇ ਹੁੰਦੇ ਆ ਜਿਨ੍ਹਾਂ ਦੀ ਡਿਊਟੀ ਹੋਈ ਇਹ ਲੱਗੀ ਹੁੰਦੀ ਆ ਕਿ ਤੁਸੀਂ ਭੜਕਾਹਟ ਭਰੀ ਕੋਈ ਗੱਲ ਕਰੋ। ਜਿੱਥੇ ਸਾਨੂੰ ਆਪਦੇ ਅੰਦੋਲਨ ਨੂੰ ਅੱਗੇ ਤੋਰਨ ਦੇ ਲਈ ਅੱਗੇ ਵਧਾਉਣ ਦੇ ਲਈ ਯਤਨਸ਼ੀਲ ਰਹਿਣ ਦੀ ਲੋੜ ਹੈ ਉੱਥੇ ਨਾਲ ਦੀ ਨਾਲ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਕੋਈ ਬੰਦਾ ਸ਼ਰਾਰਤ ਉੱਥੇ ਬਣਾ ਕਰ ਜਾਵੇ ਜਿੱਥੇ ਇਹ ਮੁੱਖ ਤੌਰ ਤੇ ਦਿੱਲੀ 'ਚ ਸਾਰਾ ਪ੍ਰੋਗਰਾਮ ਚੱਲ ਰਿਹਾ। ਨਾਲ ਲੱਗਦੀ ਬੇਨਤੀ ਮੈਂ ਇਹ ਵੀ ਕਰਨੀ ਚਾਹੁੰਦਾ ਕਿ ਜਦੋਂ ਆਪਣੇ ਵੱਲੋਂ ਕੋਈ ਕਸਰ ਨਹੀਂ ਆਪਾਂ ਪੂਰੀ ਮੁਕੰਮਲ ਸ਼ਾਂਤੀ ਰੱਖ ਰਹੇ ਹਾਂ ਪਰ ਜਿਹੜੀ ਸਰਕਾਰ ਆ ਉਹ ਜੇਕਰ ਬੇਦੋਸ਼ੇ ਲੋਕਾਂ ਉੱਤੇ ਸ਼ਾਂਤੀਪੂਰਵਕ ਬੈਠੇ ਲੋਕਾਂ ਉੱਤੇ ਜ਼ੁਲਮ ਕਰਨਾ ਚਾਹਵੇ ਤਾਂ ਉਸ ਮੌਕੇ ਸਾਡੇ ਵੱਲੋਂ ਕੋਈ ਨਾ ਕੋਈ ਉਹਦਾ ਇਲਾਜ ਜਿਹੜਾ ਹੈ ਉਹ ਜ਼ਰੂਰ ਲੱਭਿਆ ਜਾਣਾ ਚਾਹੀਦਾ। ਇਹ ਮੈਂ ਸਿੱਖ ਸਿਧਾਂਤ ਦੇ ਨਜ਼ਰੀਏ ਤੋਂ ਗੱਲ ਕਰ ਰਿਹਾ ਬਈ 1984 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਸ਼ਾਂਤੀਪੂਰਵਕ ਮੋਰਚਾ ਚੱਲ ਰਿਹਾ ਸੀਗਾ ਤੇ ਉਸ ਸ਼ਾਂਤੀਪੂਰਵਕ ਮੋਰਚੇ ਦੇ ਵਿੱਚ ਜਦੋਂ ਫੌਜਾਂ ਚਾੜਤੀਆਂ ਪੁਲਿਸਾਂ ਆਲੇ ਦੁਆਲੇ ਫੌਜ ਨੇ ਘੇਰਾ ਪਾ ਕੇ ਖਾਕੀ ਵਰਦੀ ਰਾਹੀਂ ਟੈਂਕਾਂ ਤੋਪਾਂ ਬੰਬਾਂ ਨਾਲ ਕੰਮ ਚੱਕਤਾ ਤਾਂ ਸਾਹਮਣਿਓਂ ਉਹਨਾਂ ਕੋਲੇ ਉਹੋ ਜਿਹਾ ਇੰਤਜ਼ਾਮ ਸੀਗਾ ਤੇ ਉਹਨਾਂ ਨੇ ਜਵਾਬ ਦੇ ਦਿੱਤਾ। ਬੇਸ਼ੱਕ ਉਹ ਸਾਰੇ ਸ਼ਹੀਦ ਹੋ ਗਏ ਪਰ ਇੱਕ ਇਤਿਹਾਸ ਸਿਰਜ ਗਏ ਕਿ ਸ਼ਾਂਤੀਪੂਰਵਕ ਬੈਠੇ ਬੰਦੇ ਉਹਨਾਂ ਟਾਈਮ ਹੀ ਸ਼ਾਂਤੀਪੂਰਵਕ ਰਹਿੰਦੇ ਆ ਜਦੋਂ ਹੱਦ ਟੱਪ ਜਾਵੇ ਫਿਰ ਜਦੋਂ ਸਾਰੇ ਹੀਲਿਆਂ ਤੋਂ ਗੱਲ ਲੰਘ ਜੇ ਫਿਰ ਤਲਵਾਰ ਹੱਥ 'ਚ ਫੜਨੀ ਪੈਂਦੀ ਅਗਲਿਆਂ ਨੂੰ। ਸੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਹੜੀ ਸਾਡੇ ਸਾਹਮਣੇ ਸਿੱਖ ਇਤਿਹਾਸ ਤੋਂ ਮਿਸਾਲ ਪੈਦਾ ਕੀਤੀ ਆ ਉਹ ਵੀ ਸਾਡੇ ਚੇਤੇ ਆ ਤੇ ਜਿੱਥੇ ਸ਼ਾਂਤਮਈ ਦੀ ਗੱਲ ਆ ਉੱਥੇ ਸ਼ਾਂਤਮਈ ਆ ਤੇ ਜਿੱਥੇ ਕੰਮ ਗੜਬੜ ਵਾਲਾ ਹੋ ਜੇ ਉੱਥੇ ਫਿਰ ਕੋਈ ਢਿੱਲ ਵੀ ਨਹੀਂ ਵਰਤਦੇ ਸਿੰਘ। ਮੈਨੂੰ ਇਹ ਗੱਲ ਕਹਿਣ ਲੱਗਿਆ ਮੈਨੂੰ ਪਤਾ ਹੈ ਕਿ ਕਈ ਪੱਖ ਹੁੰਦੇ ਆ ਗੱਲ ਦੇ
ਕਈਆਂ ਨੂੰ ਇਹ ਗੱਲ ਚੁਭਦੀ ਆ, ਚੰਗੀ ਨਹੀਂ ਲੱਗਦੀ, ਕਿਉਂਕਿ ਸਮਝ ਘੱਟ ਹੁੰਦੀ ਆ ਬੰਦਿਆਂ ਨੂੰ। ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਸਾਡੇ ਸਾਹਮਣੇ ਦੋ ਉਦਾਹਰਨਾਂ ਨੇ, ਇੱਕ ਜੂਨ 84, ਇੱਕ ਨਵੰਬਰ 84। ਨਵੰਬਰ 84 ਨੂੰ ਬਿਨਾਂ ਕਿਸੇ ਗੱਲ ਤੋਂ ਘਰਾਂ 'ਚੋਂ ਧੂ ਕੇ ਲੋਕਾਂ ਦੇ ਗਲਾਂ 'ਚ ਟਾਇਰ ਪਾਏ ਸਿੱਖਾਂ ਦੇ, ਤੇ ਸਿੱਖਾਂ ਦੀਆਂ ਬਹੂ ਬੱਚੀਆਂ ਨਾਲ ਬਲਾਤਕਾਰ ਹੋਏ, ਜਾਇਦਾਦਾਂ ਸਾੜੀਆਂ, ਗੁਰਦੁਆਰਾ ਸਾਹਿਬਾਨ ਨੂੰ, ਗੁਰੂ ਗ੍ਰੰਥ ਸਾਹਿਬਾਨ ਨੂੰ ਬੇਅਦਬ ਕੀਤਾ। ਤੇ ਉੱਥੇ ਕਿਸੇ ਕੋਲੇ ਨਾ ਹਥਿਆਰ ਸੀ ਤੇ ਨਾ ਕੋਈ ਉਹਨਾਂ ਦਾ ਉੱਥੇ ਕੋਈ ਅੰਦੋਲਨ ਚੱਲ ਰਿਹਾ ਸੀਗਾ। ਬਿਨਾਂ ਕਿਸੇ ਗੱਲ ਤੋਂ ਸਿੱਖਾਂ ਦਾ ਕਤਲੇਆਮ ਹੋਇਆ ਦਿੱਲੀ ਦੇ ਵਿੱਚ। ਇੱਕ ਤਸਵੀਰ ਸਾਡੇ ਸਾਹਮਣੇ ਉਹ ਆ ਨਵੰਬਰ 84 ਵਾਲੀ, ਜਦੋਂ ਬੇਦੋਸ਼ੇ ਸਿੱਖਾਂ ਦਾ ਘਾਣ ਸਟੇਟ ਦੀ ਰਹਿਨੁਮਾਈ ਹੇਠ ਕੀਤਾ ਗਿਆ। ਦੂਜੇ ਪਾਸੇ ਜੂਨ 84 ਦੀ ਆ। ਜੇਕਰ ਜੂਨ 84 ਨੂੰ ਸਿੰਘਾਂ ਕੋਲੇ ਅੰਦਰ ਸ਼ਸਤਰ ਵਸਤਰ ਹੁੰਦੇ ਤਾਂ ਜਿਹੜੀ ਕਹਾਣੀ ਆ ਬਣੀ ਉਹ ਹੋਣ ਵਾਲੀ ਬਣੀ ਕਿ ਸਾਡੇ ਸਾਰਿਆਂ ਦੇ ਸਾਹਮਣੇ ਸੰਤ ਭਿੰਡਰਾਂ ਵਾਲਿਆਂ ਦੀਆਂ ਤੇ ਹੋਰਾਂ ਦੀਆਂ ਉਹ ਫੋਟੋਆਂ ਨੇ, ਜਦੋਂ ਉਹ ਜੂਝਦੇ ਹੋਏ ਆਖਰੀ ਗੋਲੀ ਤੱਕ, ਆਖਰੀ ਸਾਹ ਤੱਕ ਜੂਝੇ ਤੇ ਫਿਰ ਸ਼ਹਾਦਤਾਂ ਪਾ ਗਏ। ਪਰ ਜੇਕਰ ਉਹਨਾਂ ਕੋਲੇ ਅਸਤਰ ਸ਼ਸਤਰ ਨਾ ਹੁੰਦੇ ਤਾਂ ਇੱਕ ਹੱਦ ਤੱਕ ਅੰਦਰ ਉਹਨਾਂ ਨੂੰ ਘੇਰਾਬੰਦੀ ਕਰਨ ਤੋਂ ਬਾਅਦ ਫਿਰ ਜਿਹੜੇ ਸਰਕਾਰੀ ਕਰਿੰਦੇ ਸੀਗੇ, ਜਿਹੜੇ ਫੌਜ ਸੀ, ਪੁਲਿਸ ਸੀ, ਉਹ ਤਾਂ ਬਾਹਰ ਰਹਿ ਜਾਣੀ ਸੀ। ਫਿਰ ਆ ਜਿਹੜੇ ਹਿੰਦੂ ਕੱਟੜਪੰਥੀ ਆ, ਇਹਨਾਂ ਨੂੰ ਅੰਦਰ ਭੇਜਣਾ ਸੀਗਾ। ਇਹਨਾਂ ਨੇ ਉੱਥੇ ਜਾ ਕੇ ਅੰਦਰ ਜੋ ਗੰਦ ਪਾਉਣਾ ਸੀ ਉਹ ਆਪਾਂ ਨੇ ਤੋਂ ਕਿਸੇ ਤੋਂ ਭੁੱਲਿਆ ਨਹੀਂ। ਨਵੰਬਰ 1984 ਨੂੰ ਕੋਲੇ ਖੜ ਕੇ ਫੌਜ ਨੇ ਤੇ ਪੁਲਿਸ ਨੇ, ਜੇ ਕਿਸੇ ਇਲਾਕੇ ਵਿੱਚ ਸਿੱਖਾਂ ਨੇ ਵਿਰੋਧ ਕੀਤਾ, ਜੇ ਕਿਸੇ ਇਲਾਕੇ ਵਿੱਚ ਸਿੱਖਾਂ ਨੇ ਗਹਿ ਗੱਡਮਿਆਂ ਵਿਰੋਧ ਕਰਤਾ, ਤਾਂ ਉੱਥੇ ਬਾਅਦ ਵਿੱਚ ਇਹ ਗਏ ਫੌਜ ਵਾਲੇ ਪੁਲਿਸ ਵਾਲੇ ਤੇ ਜਾ ਕੇ ਕਿਹਾ ਵੀ ਸਾਨੂੰ ਹਥਿਆਰ ਦੇ ਦਿਓ। ਸਿੱਖਾਂ ਤੋਂ ਹਥਿਆਰ ਵਾਪਸ ਲੈ ਕੇ ਫਿਰ ਉਹਨਾਂ ਨੂੰ ਜਾ ਕੇ ਦੰਗੇ ਵਾਲਿਆਂ ਨੂੰ ਕਿਹਾ ਵੀ ਜਾਓ, ਹੁਣ ਉਹਨਾਂ ਕੋਲ ਹਥਿਆਰ ਹੈ ਨਹੀਂਗੇ। ਇਹੋ ਜਿਹੀ ਇੱਥੋਂ ਦੀ ਮਿਲਟਰੀ ਆ, ਇਹੋ ਜਿਹੀ ਇੱਥੋਂ ਦੀ ਫੌਜ ਆ, ਇੱਥੋਂ ਦੀ ਪੁਲਿਸ ਆ। ਸੋ ਦਰਬਾਰ ਸਾਹਿਬ ਦੇ ਵਿੱਚ ਵੀ ਇਹੀ ਕੁਝ ਵਾਪਰਨਾ ਸੀ। ਸਿੱਖਾਂ ਦੀ ਜਿਹੜੀ ਸ਼ਾਨ ਆ, ਸਿੱਖਾਂ ਦਾ ਜਿਹੜਾ ਕਿਰਦਾਰ ਆ, ਸਿੱਖਾਂ ਦਾ ਜਿਹੜਾ ਅਕਸ ਆ, ਉਹ ਖਰਾਬ ਕਰਨ ਦੇ ਲਈ ਇਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਵੜ ਕੇ ਸਿੱਖ ਜਿਹੜੇ ਜੁਝਾਰੂ ਸੀ ਉਹਨਾਂ ਨਾਲ ਮਾੜਾ ਕਰਨਾ ਸੀ। ਫਿਰ ਸਾਡੇ ਕੋਲੇ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਇਹ ਜਿਹੜੀ ਹੁਣ ਵਾ, ਜਿਹਤੇ ਅਸੀਂ ਫਖਰ ਕਰਦੇ ਆ, ਇਹ ਨਹੀਂ ਸੀ ਹੋਣੀ। ਫਿਰ ਸਾਡੇ ਕੋਲੇ ਨਮੋਸ਼ੀ ਵਾਲੀ ਫੋਟੋ ਹੋਣੀ ਸੀ ਵੀ ਦਾੜੀਆਂ ਤੋਂ ਫੜ ਕੇ, ਕੇਸਾਂ ਤੋਂ ਧੂ ਕੇ ਸਿੱਖਾਂ ਨੂੰ ਅੰਦਰੋਂ ਲਿਆ ਰਹੇ ਨੇ। ਸੋ ਲੜ ਕੇ ਮਰਨਾ, ਜੂਝ ਕੇ ਮਰਨਾ ਕਿ ਨਵੰਬਰ 84 ਵਾਲਿਆਂ ਵਾਂਗੂ ਮਰਨਾ, ਇਹ ਸਾਡੇ ਏਜੰਡੇ 'ਚ ਹੋਣੀ ਚਾਹੀਦੀ ਆ ਗੱਲ। ਸ਼ਾਂਤਮਈ ਦਾ ਪੂਰਾ ਖਿਆਲ ਰੱਖਣ ਦੀ ਲੋੜ ਹੈ, ਪਰ ਜਿਹੜੇ ਸਾਡੇ ਰਵਾਇਤੀ ਸ਼ਾਸਤਰ ਨੇ, ਡਾਂਗਾ, ਕਿਰਪਾਨਾਂ, ਹੋਰ ਨਹੀਂ ਸੀ ਤਾਂ ਦੇਸੀ ਖੁੰਡੇ ਹੀ ਰੱਖ ਲਓ ਕੋਲੇ, ਪਰ ਇੰਨੇ ਜੋਗੇ ਤਾਂ ਹੋਵੋ ਨਾ ਬਈ ਜਿਹੜੇ ਬੇਦੋਸ਼ੇ ਬੈਠੇ ਬੰਦੇ ਨੂੰ ਕੋਈ ਐਵੇਂ ਆ ਕੇ ਭੰਨਣਾ ਸ਼ੁਰੂ ਕਰ ਦੇਵੇ ਤਾਂ ਉਹਦਾ ਵਿਰੋਧ ਕਰਨ ਜੋਗੇ ਹੋਈਏ। ਸੋ ਇਸ ਕਰਕੇ ਸ਼ਾਂਤਮਈ ਪੂਰੀ ਰੱਖਣੀ ਆ, ਪਰ ਸ਼ਾਂਤਮਈ ਰੱਖਦਿਆਂ ਇਹ ਨਹੀਂ ਕਿ ਕੌਮ ਦੀ ਬੇਪੱਤੀ ਬੇਅਦਬੀ ਕਰਨ ਵਾਲਾ ਮਾਹੌਲ ਸਿਰਜ ਕੇ ਬਹਿ ਜਾਈਏ। ਅੱਜ ਭਾਰਤ ਦਾ ਜਿਹੜਾ ਇੰਡਸਟਰੀਅਲਿਸਟ ਆ, ਜਿਹੜਾ ਮਾਫੀਆ ਵਾ, ਉਹਨੇ ਇੱਕ ਸਿਸਟਮ ਫੜ ਲਿਆ ਕਿ ਰਾਜ ਸਰਕਾਰ ਦੇ ਰਾਹੀਂ, ਭਾਰਤ ਸਰਕਾਰ ਦੇ ਰਾਹੀਂ ਆਪਦੇ ਜਿਹੜੇ ਭੈੜੇ ਮਨਸੂਬੇ ਆ ਉਹ ਪੂਰੇ ਕਰਨੇ ਆ। ਨੋਟ ਕਮਾਉਣ ਦੇ ਲਈ ਅਮਾਨੀ ਤੇ ਅੰਡਾਨੀ ਵਰਗਿਆਂ ਨੂੰ ਇਹ ਰਾਹ ਲੱਭ ਗਿਆ ਕਿ ਸਰਕਾਰ ਆਪਦੀ ਬਣਾ ਲਓ ਤੇ ਨਜ਼ਾਰੇ ਲਓ। ਹੁਣ ਜਿੱਥੇ ਇਹੋ ਜਿਹਾ ਸਿਸਟਮ ਹੋਵੇ ਉੱਥੇ ਭਾਈ ਮਨੁੱਖੀ ਕਦਰਾਂ ਕੀਮਤਾਂ ਦੀ, ਸਿਧਾਂਤਾਂ ਦੀ ਕੋਈ ਵੈਲਿਊ ਨਹੀਂ ਰਹਿੰਦੀ। ਉੱਥੇ ਤਾਂ ਇਹ ਆ ਕਿ ਤੁਸੀਂ ਆਪਦੀ ਤਾਕਤ ਜਿਹੜੀ ਆ ਜ਼ਰੂਰ ਪੈਦਾ ਕਰੋ। ਅੱਜ ਸਾਡੀ ਸਾਰੀ ਤਾਕਤ ਸ਼ਾਂਤੀ ਵਿੱਚ ਹੈ, ਕਿਉਂਕਿ ਉੱਥੇ ਧਰਨਾ ਜਿਹੜਾ ਲੱਗਿਆ ਹੋਇਆ, ਉੱਥੇ ਲੋਕ ਸਿਫਤਾਂ ਕਰਦੇ ਆ ਕਿ ਇਹਨਾਂ ਲੋਕਾਂ ਨੇ ਬਿਲਕੁਲ ਸ਼ਾਂਤੀਪੂਰਵਕ ਧਰਨਾ ਦਿੱਤਾ। ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਚਰਚਾ ਹੁੰਦੀ ਆ, ਅੰਤਰਰਾਸ਼ਟਰੀ ਪੱਧਰ ਤੇ ਚਰਚਾ ਹੁੰਦੀ ਆ ਕਿ ਜਦੋਂ ਕਿਸਾਨ ਸ਼ਾਂਤੀਪੂਰਵਕ ਧਰਨਾ ਦੇਣ ਜਾ ਰਹੇ ਸੀ ਤਾਂ ਉਹਨਾਂ ਉੱਤੇ ਪਾਣੀ ਦੀਆਂ ਬਸ਼ਾਰਾਂ ਕਰਨ ਦੀ ਲੋੜ ਕੀ ਸੀ, ਉਹਨਾਂ ਦੇ ਉੱਤੇ ਤਸ਼ੱਦਦ ਕਰਨ ਦੀ ਕੀ ਲੋੜ ਸੀ। ਅੱਜ ਸਾਰੇ ਸੰਸਾਰ ਦੇ ਵਿੱਚ ਇੰਡੀਅਨ ਗਵਰਨਮੈਂਟ ਦੀ ਹੇਠੀ ਹੋ ਰਹੀ ਆ। ਇਸ ਗੱਲ ਨੂੰ ਮੁੱਖ ਰੱਖਦਿਆਂ ਮੈਂ ਬੇਨਤੀ ਕਰਦਾ ਕਿ ਇਹ ਨਹੀਂ ਕਿ ਉਹ ਬੇਅਦਬੀ, ਉਹ ਹੇਠੀ ਜਿਹੜੀ ਸਟੇਟ ਦੀ ਹੋ ਰਹੀ ਆ, ਉਹ ਸਾਡੀ ਅੰਦੋਲਨਕਾਰੀਆਂ ਦੀ ਹੋਣ ਲੱਗ ਪਵੇ। ਇਸ ਗੱਲ ਦੇ ਵਿੱਚ ਇਹੀ ਕਮਾਲ ਆ। ਚੱਕ ਲੋ ਕਰਨਾ ਤਾਂ ਬਹੁਤ ਸੌਖਾ,
ਪਰ ਖੰਡਾ ਕੇ ਗੱਲ ਨੂੰ ਸਾਂਭਣਾ ਔਖਾ ਹੋ ਜਾਂਦਾ। ਇਸ ਕਰਕੇ ਇਹਦਾ ਮਤਲਬ ਇਹ ਨਹੀਂ ਕਿ ਜਦੋਂ ਮਾੜਾ ਜਾਂ ਕੋਈ ਬਹਾਨਾ ਮਿਲੇ ਪਹਿਲੋਂ ਪੂਰੀ ਤਰ੍ਹਾਂ ਗੱਲ ਨੂੰ ਨਿਰਖ ਕੇ ਪਰਖ ਕੇ ਲੀਡਰਸ਼ਿਪ ਦੀ ਅਗਵਾਈ 'ਚ ਸਟੈਪ ਚੱਕਣ ਦੀ ਲੋੜ ਆ। ਇਹ ਲੜਾਈ ਮੋਦੀ ਨਾਲ ਨਹੀਂ, ਨਾ ਸਰਕਾਰ ਨਾਲ ਆ, ਇਹ ਉਹਨਾਂ ਅੰਡਰਵਰਲਡ ਡਾਊਨਾਂ ਵਰਗੇ ਡਾਊਨ ਨੇ ਜਿਹੜੇ ਅਡਾਨੀ ਤੇ ਅਬਾਨੀ ਵਰਗੇ ਨੇ। ਇਹ ਮਾਫੀਆ ਵਾ। ਇਹ ਜਿਹੜਾ ਮਾਫੀਆ, ਇਸ ਮਾਫੀਆ ਦੀ ਤਾਕਤ ਬੜੀ ਵੱਡੀ ਹੈ, ਪਰ ਜਨਤਾ ਦੀ ਤਾਕਤ ਦੇ ਸਾਹਮਣੇ ਇਹ ਕੁਝ ਨਹੀਂ ਹੈਗੇ। ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਮੋਦੀ ਸਰਕਾਰ ਨੇ ਜਿਹੋ ਜਿਹਾ ਮਾਹੌਲ ਸਿਰਜਿਆ ਹੋਇਆ ਦਹਿਸ਼ਤ ਵਾਲਾ, ਆ ਪਿੱਛੇ ਜੇ ਅਮਰੀਕਾ ਦੇ ਵਿੱਚ ਇੱਕ ਵਾਰਦਾਤ ਹੋਈ, ਇਹ ਸਾਰੇ ਲਿਖੀ ਫਿਰਦੇ ਸੀ ਇੱਥੇ ਬਲੈਕ ਲਾਈਵਜ਼ ਮੈਟਰ, ਵੀ ਜਿਹੜੇ ਕਾਲੇ ਲੋਕ ਨੇ ਉਹਨਾਂ ਦੀਆਂ ਜ਼ਿੰਦਗੀਆਂ ਦੀ ਪਰਵਾਹ ਕਰੋ, ਉਹਨਾਂ ਨੂੰ ਕਿਉਂ ਮਾਰਦੇ ਹੋ। ਉੱਥੇ ਇੱਕ ਬੰਦਾ ਮਰ ਗਿਆ ਸੀਗਾ, ਪਰ ਇੱਥੇ ਕੋਈ ਨਹੀਂ ਲਿਖਦਾ ਹੁਣ ਕਿ ਫਾਰਮਰਸ ਲਾਈਵਜ਼ ਮੈਟਰ। ਹੁਣ ਇਹਨਾਂ ਨੂੰ ਸਪੈਲਿੰਗ ਭੁੱਲ ਗਏ। ਜਿਹੜੀ ਹਾਈ ਫਾਈ ਜੈਂਟਰੀ ਆ, ਜਿਹੜੇ ਫਿਲਮਾਂ ਵਾਲੇ ਕਲਾਕਾਰ ਨੇ ਜਾਂ ਹੋਰ ਜਿਹੜੀਆਂ ਸਮਾਜ ਦੇ ਵਿੱਚ ਜਾਣੀਆਂ ਪਹਿਚਾਣੀਆਂ ਸ਼ਖਸੀਅਤਾਂ ਨੇ, ਅੱਜ ਉਹਨਾਂ ਨੂੰ ਇਹ ਗੱਲ ਕਿਉਂ ਨਹੀਂ ਚੇਤੇ ਆ ਰਹੀ ਕਿ ਅਸੀਂ ਲਿਖੀਏ ਕਿ ਫਾਰਮਰਸ ਲਾਈਵਜ਼ ਮੈਟਰ। ਅਸਲ ਵਿੱਚ ਇਹ ਅੰਨਦਾਤਿਆਂ ਦੀ, ਧੰਨਦਾਤਿਆਂ ਖਿਲਾਫ ਜੰਗ ਵਾ, ਤੇ ਆਪਾਂ ਨੂੰ ਇਸ ਜੰਗ ਵਿੱਚ ਅੰਨਦਾਤਿਆਂ ਦੇ ਹੱਕ 'ਚ ਖੜਨ ਦੀ ਲੋੜ ਆ। ਜਿਨ੍ਹਾਂ ਲੋਕਾਂ ਨੇ ਧਨ ਦੇ ਕੇ ਸਰਕਾਰਾਂ ਬਣਾਈਆਂ ਨੇ ਕਿ ਲੋਕਾਂ ਉੱਤੇ ਜ਼ੁਲਮ ਕਰਨਾ, ਅੰਨਦਾਤਿਆਂ ਨੂੰ ਮਾਰਨਾ ਹੈ, ਉਹਨਾਂ ਦਾ ਜਿਹੜਾ ਡਟਵਾਂ ਵਿਰੋਧ ਆ ਉਹ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਤੇ ਨਾਲ ਦੀ ਨਾਲ ਅਸੀਂ ਤਾਂ ਮੋਦੀ ਸਾਹਿਬ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਸਿੱਖਾਂ ਨੂੰ ਜਗਾਇਆ, ਪੰਜਾਬ ਨੂੰ ਜਗਾਇਆ। ਜਿਹੜੇ ਲੋਕ ਦਿੱਲੀ ਤੇ ਹੋਰਨਾਂ ਸ਼ਹਿਰਾਂ 'ਚ ਨੇ, ਉਹ ਅੱਜ ਜਾਣ ਗਏ ਨੇ ਕਿ ਜਿਨ੍ਹਾਂ ਦਾ ਅਸੀਂ ਮਜ਼ਾਕ ਉਡਾਉਂਦੇ ਰਹੇ ਆ ਵੀ ਸਰਦਾਰ ਜੀ 12 ਵਜ ਗਏ, ਅਸਲੀ ਸਰਦਾਰ ਆ ਹੁੰਦੇ ਆ। 12 ਵਜੇ ਦਾ ਇਤਿਹਾਸ ਹੁਣ ਚੇਤੇ ਆ ਰਿਹਾ ਸਾਰਿਆਂ ਨੂੰ ਕਿ ਕਿਵੇਂ ਇਹਨਾਂ ਲੋਕਾਂ ਦੇ ਵੱਡੇ ਵਡੇਰਿਆਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਨੇ। ਅੱਜ ਹਰਿਆਣਾ, ਰਾਜਸਥਾਨ, ਯੂਪੀ ਤੇ ਹੋਰਨਾਂ ਸੂਬਿਆਂ ਦੇ ਜਿਹੜੇ ਕਿਸਾਨ ਨੇ, ਤਾਮਿਲਨਾਡੂ ਤੱਕ ਦੇ ਕਿਸਾਨ ਨੇ, ਉਹ ਪੰਜਾਬ ਦੀ ਅਗਵਾਈ ਕਬੂਲ ਰਹੇ ਨੇ। ਪੰਜਾਬ ਦੇ ਵਿੱਚ ਸਿੱਖ ਧਰਮ ਦੀ ਚੜ੍ਹਤ ਵਾ, ਇਸ ਕਰਕੇ ਇਹ ਇੱਕ ਤਰੀਕੇ ਨਾਲ ਸਿੱਖ ਧਰਮ ਦੀ ਚੜ੍ਹਤ ਵਾ। ਇਹ ਸਿੱਖੀ ਦੀ ਸੇਵਾ ਲੱਗ ਗਈ ਆ ਭਰਾਵੋ। ਆਪਾਂ ਇਸ ਮੌਕੇ ਉੱਤੇ ਆਪ ਦਾ ਜਿਹੜਾ ਪਵਿੱਤਰ ਫਰਜ਼ ਆ ਉਹਨੂੰ ਨਿਭਾਉਣਾ। ਅੱਜ ਦਿੱਲੀ ਦੇ ਵਿੱਚ ਉੱਥੇ ਆ ਕੇ ਲੋਕ ਜਿਹੜੇ ਨੇ ਉਹ ਵੈਰਾਗ ਦੇ ਵਿੱਚ ਆ ਕੇ, ਮੋਹ ਵਿੱਚ ਆ ਕੇ ਰੋਣ ਲੱਗ ਜਾਂਦੀਆਂ ਨੇ ਬੀਬੀਆਂ ਆ ਕੇ ਕਿ ਇੰਨੀ ਠੰਡ ਦੇ ਵਿੱਚ ਤੁਸੀਂ ਮਨੁੱਖਤਾ ਲਈ ਬੈਠੇ ਹੋ। ਅੱਜ ਨੌਜਵਾਨ ਬੱਚੀਆਂ ਆਉਂਦੀਆਂ ਨੇ ਤੇ ਜਿਹੜਾ ਸਾਡੀ ਕੌਮ ਦਾ ਕਿਰਦਾਰ ਆ ਉਹਦੀ ਸਿਫਤ ਕਰਦੀਆਂ ਨੇ ਕਿ ਦਿੱਲੀ ਦੇ ਵਿੱਚ ਇਹ ਜਿਹੜੇ ਧਰਨਾਕਾਰੀ ਨੌਜਵਾਨ ਨੇ, ਇਹਨਾਂ ਦੇ ਹੁੰਦਿਆਂ ਸਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ, ਕਿਉਂਕਿ ਇਹ ਲੋਕ ਬੜੇ ਉੱਚੇ ਕਿਰਦਾਰ ਵਾਲੇ ਨੇ। ਇਹਨਾਂ ਲੋਕਾਂ ਨੇ ਇੱਕ ਇਤਿਹਾਸ ਸਿਰਜ ਕੇ ਦਿਖਾ ਦਿੱਤਾ ਹੈ। ਸੋ ਇਹ ਜਿਹੜਾ ਸਾਡਾ ਅੰਦੋਲਨ ਆ, ਇਹਦੇ ਵਿੱਚ ਸਾਨੂੰ ਸਾਰੇ ਪੱਖ ਵਿਚਾਰ ਕੇ ਚੱਲਣ ਦੀ ਲੋੜ ਆ, ਬੈਲੈਂਸ ਬਣਾ ਕੇ ਚੱਲਣ ਦੀ ਲੋੜ ਆ। ਬੇਸ਼ੱਕ ਭਾਰਤ ਸਰਕਾਰ ਬਹੁਤ ਸਾਰੇ ਸਟੈਪ ਚੱਕੂਗੀ, 144 ਵੀ ਲਾ ਸਕਦੇ ਆ, ਹੋਰ ਵੀ ਕਈ ਉਹਨਾਂ ਨੂੰ ਢੰਗ ਤਰੀਕੇ ਆਉਂਦੇ ਆ, ਪਰ ਜਿਹੜਾ ਆਲ ਓਵਰ ਦੀ ਵਰਲਡ, ਸਾਰੇ ਸੰਸਾਰ ਦੇ ਵਿੱਚ ਇਸ ਅੰਦੋਲਨ ਨੂੰ ਏਡੀ ਵੱਡੀ ਹਮਾਇਤ ਮਿਲ ਗਈ ਆ। ਹੁਣ ਉਹਨਾਂ ਕੋਲੇ ਸਿੱਧਾ ਤਾਂ ਕੋਈ ਹੈ ਨਹੀਂ ਬਹਾਨਾ ਕਿ ਅੰਦੋਲਨ ਦੇ ਉੱਤੇ ਅਟੈਕ ਕਰ ਸਕਣ। ਸੋ ਹੁਣ ਤਾਂ ਇਹੀ ਆ ਵੀ ਉਹ ਕੋਈ ਬਹਾਨਾ ਪਹਿਲਾਂ ਪੈਦਾ ਕਰਨਗੇ। ਤੇ ਬਹਾਨਾ ਪੈਦਾ ਕਦੋਂ ਹੁੰਦਾ? ਜਦੋਂ ਕੋਈ ਆਪਣੇ ਤੋਂ ਗੜਬੜ ਹੁੰਦੀ ਆ ਜਾਂ ਕੋਈ ਗੜਬੜ ਵਾਲਾ ਬੰਦਾ ਉਹ ਵਿੱਚ ਵਾੜ ਦੇਣ। ਸੋ ਅੰਦੋਲਨ ਦੇ ਵਿੱਚ ਜਿੱਥੇ ਕੈਨੇਡਾ, ਇੰਗਲੈਂਡ, ਅਮਰੀਕਾ, ਆਸਟ੍ਰੇਲੀਆ, ਹੋਰਨਾਂ ਮੁਲਕਾਂ ਦੇ ਲੋਕਾਂ ਦੀ ਸ਼ਮੂਲੀਅਤ ਹੋਣ ਕਰਕੇ, ਖਾਸ ਤੌਰ ਤੇ ਪੱਗਾਂ ਦਾੜੇ ਵਾਲੇ ਸਿੱਖਾਂ ਦੀ, ਪੰਜਾਬੀਆਂ ਦੀ ਸ਼ਮੂਲੀਅਤ ਨੇ, ਜਿੱਥੇ ਨੈਤਿਕ ਤੌਰ ਦੇ ਉੱਤੇ ਦਿੱਲੀ ਵਿੱਚ ਚੱਲ ਰਹੇ ਅੰਦੋਲਨ ਨੂੰ ਬਲ ਦਿੱਤਾ, ਉੱਥੇ ਨਾਲ ਦੀ ਨਾਲ ਆਪਣੀ ਜ਼ਿੰਮੇਵਾਰੀ ਵੀ ਵਧਾਤੀ ਹੈ। ਗੱਲ ਜਿਹੜੀ ਹੈ ਉਹ ਇੰਨੀ ਆ ਵੀ ਲਾਹਣਤਾਂ ਪੈ ਰਹੀਆਂ ਨੇਗੀਆਂ ਸਾਰੇ ਪਾਸਿਓਂ ਮੋਦੀ ਸਰਕਾਰ ਨੂੰ। ਜਦੋਂ ਤੱਕ ਆਪਣੇ ਦਿਨ ਚੜਿਆ ਹੁੰਦਾ ਇੰਡੀਆ ਵਾਲਿਆਂ ਦੇ ਵਿੱਚ, ਇੰਡੀਆ 'ਚ ਲਾਹਣਤਾਂ ਪੈ ਰਹੀਆਂ ਹੁੰਦੀਆਂ ਨੇ, ਜਦ ਨੂੰ ਉਧਰ ਕੈਨੇਡਾ ਅਮਰੀਕਾ ਵਾਲੇ ਜਾਗ ਪੈਂਦੇ ਆ ਜਦੋਂ ਆਪਾਂ ਸੌਣ ਲੱਗਦੇ ਆ। ਸੋ ਇਹ ਜਿਹੜੀਆਂ ਲਾਹਣਤਾਂ ਪੈ ਰਹੀਆਂ ਨੇ, ਇਹ ਜਿਹੜੀ ਬੇਇੱਜ਼ਤੀ ਹੋ ਰਹੀ ਆ, ਇਹ ਉਹਨਾਂ ਨੂੰ ਬਹੁਤ ਤੰਗ ਕਰ ਰਹੀ ਹੈ। ਜੇਕਰ ਤਾਂ ਜੁਰਤ ਵਾਲੇ ਹੁੰਦੇ, ਅਕਲ ਵਾਲੇ ਹੁੰਦੇ,
ਫਿਰ ਠੋਕ ਵਜਾ ਕੇ ਕਹਿੰਦੇ ਕਿ ਸਾਤੋਂ ਹੋ ਗਈ ਗਲਤੀ ਤੇ ਸਾਨੂੰ ਸਮਝ ਨਹੀਂ ਸੀ ਤੇ ਅਸੀਂ ਇਸ ਗੱਲ ਲਈ ਮਾਫੀ ਮੰਗਦੇ ਹਾਂ ਤੇ ਕਾਲੇ ਕਾਨੂੰਨ ਰੱਦ ਕਰਦੇ ਹਾਂ। ਪਰ ਹੁਣ ਮੋਦੀ ਸਰਕਾਰ ਇੰਨੇ ਜੋਗੀ ਨਹੀਂ ਹੈਗੀ। ਜਿਨ੍ਹਾਂ ਨੇ ਉਹਨੂੰ ਬਣਾਇਆ ਪ੍ਰਧਾਨ ਮੰਤਰੀ, ਉਹਨਾਂ ਨੇ ਇਸ ਕੰਮ ਲਈ ਨਹੀਂ ਬਣਾਇਆ। ਉਹਨਾਂ ਨੇ ਤਾਂ ਇੱਕ ਨਕਾਤੀ ਪ੍ਰੋਗਰਾਮਾਂ ਵੀ ਜੋ ਮਰਜ਼ੀ ਕਰੇ, ਕਾਲੇ ਕਾਨੂੰਨ ਜਿਹੜੇ ਆ ਲਾਗੂ ਰਹਿਣੇ ਚਾਹੀਦੇ ਆ। ਹੁਣ ਪਹਿਲਾਂ ਤਾਂ ਕਹਿੰਦੇ ਹੁੰਦੇ ਸੀਗੇ ਵੀ ਇਹ ਜੀ ਕਾਨੂੰਨਾਂ 'ਚ ਇੱਕ ਪੈਸੇ ਦਾ ਨੁਕਸ ਨਹੀਂ, ਹੁਣ ਕਹਿੰਦੇ ਜੀ ਕੁਝ ਸੋਧਾਂ ਕਰ ਦਿੰਦੇ ਆ। ਭਾਈ ਸੋਧਾਂ ਸਾਧਾਂ ਦੀ ਤਾਂ ਜੰਗ ਲੜੀ ਨਹੀਂ, ਇਹ ਜਿਹੜੀ ਲੜਾਈ ਆ ਤਾਂ ਕਾਲੇ ਕਾਨੂੰਨ ਰੱਦ ਕਰਨ ਦੀ ਆ। ਤੇ ਨਾਲ ਇਹ ਵੀ ਆ ਵੀ ਜੇ ਹੁਣ ਕਾਨੂੰਨ ਨਵੇਂ ਬਣਾਉਣੇ ਹੀ ਆ ਨਾ, ਫਿਰ ਆਹ ਬਣਾਓ ਜਿਹੜੀਆਂ ਗੱਲਾਂ ਕਿਸਾਨ ਚਾਹੁੰਦੇ ਆ ਕਿ ਆਹ ਵਿੱਚ ਪੈਣ, ਉਹਨਾਂ ਕਾਨੂੰਨਾਂ ਵਾਲੇ ਪਾਸੇ ਨੂੰ ਆਉਣ ਨੂੰ ਰਾਜੀ ਨਹੀਂ, ਕਾਲੇ ਕਾਨੂੰਨ ਰੱਦ ਕਰਨ ਨੂੰ ਰਾਜੀ ਨਹੀਂ। ਸੋ ਫਿਰ ਇਹੋ ਜਿਹੇ ਮਾਹੌਲ ਦੇ ਵਿੱਚ ਕੰਮ ਜਿਹੜਾ ਹੈਗਾ ਉਹ ਹਰ ਪਲ ਔਖਾ ਹੀ ਹੁੰਦਾ ਜਾਣਾ। ਸੋ 8 ਤਰੀਕ ਨੂੰ ਜਿਹੜਾ ਭਾਰਤ ਬੰਦ ਆ, ਇਹਦੇ ਖਿਲਾਫ ਮਾਹੌਲ ਸਿਰਜਣ ਦੇ ਲਈ ਬੜੇ ਯਤਨ ਹੋਣਗੇ। ਕਈ ਘਟਨਾਵਾਂ ਵਾਪਰਾਈਆਂ ਜਾ ਸਕਦੀਆਂ। ਅੱਜ 2 ਘਟਨਾਵਾਂ ਸਾਡੇ ਸਾਹਮਣੇ ਆ ਜਿਨ੍ਹਾਂ ਤੇ ਆਪਾਂ ਗੱਲ ਕਰ ਸਕਦੇ ਹਾਂ। ਇੱਕ ਤਾਂ ਮੋਗੇ ਦੇ ਕੋਲ ਜਲਾਲਾਬਾਦ ਦੇ ਵਿੱਚ ਖਬਰ ਉਡਾਈ ਗਈ ਆ ਕਿ 2 ਜਾਣੇ ਜੀ AK-47 ਖੋਹ ਕੇ ਉੱਥੋਂ 2 ਪੁਲਿਸ ਵਾਲਿਆਂ ਤੋਂ ਕੋਈ ਬੰਦੇ ਜਿਹੜੇ ਆ ਸ਼ਰਾਬੀ ਕਬਾਬੀ ਦੱਸਦੇ ਆ ਵੀ AK-47 ਖੋਹ ਕੇ ਭੱਜ ਗਏ। ਇੱਕ ਅੱਜ ਦਿੱਲੀ ਤੋਂ ਖਬਰ ਆ ਗਈ ਵੀ ਉੱਥੇ ਜੀ ਪੁਲਿਸ ਮੁਕਾਬਲਾ ਹੋਇਆ ਤੇ ਉੱਥੇ ਕਹਿੰਦੇ ਜੀ ਬੰਦੇ ਫੜ ਲਏ। ਹੁਣ ਜਿਹੜਾ ਕਾਮਰੇਡ ਬਲਵਿੰਦਰ ਆ ਇੱਥੇ ਮਾਰਿਆ ਪਿੱਛੇ ਜੇ, ਉਹਦੇ ਮਾਰੇ ਜਾਣ ਵਾਲਿਆਂ ਨਾਲ ਜੋੜਤਾ ਵੀ ਉਹ ਇੱਕ ਕਾਤਲ ਜੀ ਉਹਨਾਂ 'ਚੋਂ ਹੋ ਸਕਦਾ। ਹਜੇ ਪੂਰੀ ਖਬਰ ਤਾਂ ਨਹੀਂ ਆਈ ਪਰ ਇਹ ਖਬਰ ਚੱਲ ਰਹੀ ਹੈ। ਹੁਣ ਇਹਨਾਂ ਦੋਨਾਂ ਘਟਨਾਵਾਂ ਦਾ ਕੀ ਰਿਜ਼ਲਟ ਵਾ ਕਿ ਲੋਕਾਂ ਦੇ ਦਿਲਾਂ 'ਚ ਦਹਿਸ਼ਤ ਪਾਉਣੀ ਆ ਕਿ ਇਹ ਤਾਂ ਜੀ ਖੜਕੇ ਦੜਕੇ ਵਾਲਾ ਕੰਮ ਚੱਲਦਾ ਜਾ ਰਿਹਾ। ਤੇ ਕਿਉਂਕਿ ਲੋਕ ਡਰ ਜਾਣਗੇ ਕਿ ਜਿਵੇਂ ਪਹਿਲਾਂ ਐਡਾ ਵੱਡਾ ਕਤਲੇਆਮ ਹੋਇਆ ਵੀ ਉਵੇਂ ਕਤਲੇਆਮ ਨਾ ਹੋ ਜਾਏ ਮਨੁੱਖਤਾ ਦਾ, ਸਾਡੇ ਬੱਚੇ ਨਾ ਮਾਰੇ ਜਾਣ। ਲੋਕਾਂ 'ਚ ਦਹਿਸ਼ਤ ਪਾਉਣ ਦੀ ਸਟੇਟ ਦੀ ਇਹ ਨੀਤੀ ਹੈ। ਕਾਮਰੇਡ ਬਲਵਿੰਦਰ ਨਾਲ ਵਾਲੀ ਗੱਲ ਤਾਂ ਸਾਫ਼ ਹੀ ਦੱਸਦੀ ਆ ਨਾ ਵੀ ਇਹ ਅਸਲ ਵਿੱਚ, ਕਿਉਂਕਿ ਜ਼ਿਆਦਾ ਉੱਥੇ ਕਾਮਰੇਡ ਭਾਈਚਾਰਾ ਪਹੁੰਚਿਆ ਹੋਇਆ ਹੈ ਤਾਂ ਸਾਰੇ ਤਰ੍ਹਾਂ ਦੇ ਲੋਕ ਹੀ ਨੇ। ਕਿਉਂਕਿ ਇਹ ਅੰਦੋਲਨ ਬੇਸ਼ੱਕ ਪੱਗਾਂ ਦਾੜੇ ਵਾਲੇ ਸਿੱਖਾਂ ਦੇ ਰੰਗ 'ਚ ਵੀ ਰੰਗਿਆ ਹੋਇਆ, ਪਰ ਇਹਦੇ 'ਚ ਕਾਮਰੇਡ ਵੀ ਆ, ਹਰਿਆਣਵੀ ਵੀ ਆ, ਜੰਮੂ ਕਸ਼ਮੀਰ, ਰਾਜਸਥਾਨ, ਹਰਿਆਣਾ, ਸਭ ਤਰ੍ਹਾਂ ਦਾ ਬੰਦਾ, ਹਿੰਦੂ ਵੀ ਆ, ਸਿੱਖ ਵੀ ਆ, ਈਸਾਈ ਵੀ ਆ। ਕਿਉਂਕਿ ਇਹ ਅੰਦੋਲਨ ਅਸਲ ਵਿੱਚ ਖੇਤੀ ਕਰਨ ਵਾਲੇ ਹਰ ਇੱਕ ਬੰਦੇ ਨਾਲ, ਇੱਥੋਂ ਤੱਕ ਕਿ ਜਿਹੜੇ ਖੇਤੀ ਨਹੀਂ ਕਰਦੇ, ਜਿਹੜੇ ਵਪਾਰੀ ਨੇ, ਜਿਹੜੇ ਸਮਝਦਾਰ ਲੋਕ ਨੇ, ਇੱਥੋਂ ਤੱਕ ਕਿ ਬੇਜ਼ਮੀਨੇ ਲੋਕ ਆ, ਜਿਹੜੇ ਕਿਰਤੀ ਜਮਾਤਾਂ ਜਿਨ੍ਹਾਂ ਨੂੰ ਬ੍ਰਾਹਮਣਵਾਦ ਸ਼ਡਿਊਲਡ ਕਾਸਟ ਕਹਿੰਦਾ, ਇਹ ਸਾਰੇ ਜਿਹੜੇ ਭਾਈਚਾਰੇ ਦੇ ਲੋਕ ਆਡਰ ਇਸ ਅੰਦੋਲਨ 'ਚ ਕੁੱਦੇ ਹੋਏ ਨੇ। ਤੋ ਇਸ ਅੰਦੋਲਨ ਨੇ ਜਿੱਥੇ ਲੋਕਾਂ ਦੇ ਆਪਸੀ ਬਖਰੇਵੇਂ, ਆਪਦੀ ਦੂਰੀਆਂ ਕੜੱਤਣ ਘਟਾਈ ਹੈ, ਉੱਥੇ ਨਾਲ ਦੀ ਨਾਲ ਦਿੱਲੀ ਦਰਬਾਰ ਨੂੰ, ਬ੍ਰਾਹਮਣਵਾਦ ਨੂੰ ਤੇ ਉਹਨਾਂ ਸਾਰੇ ਲੋਕਾਂ ਨੂੰ ਵੀ ਬਿਪਤਾ ਪਾਤੀ ਜਿਹੜੇ ਲੋਕਾਂ ਨੂੰ ਆਪਸ ਵਿੱਚ ਹੀ ਪਾਟੋ ਧਾੜ ਕਰਕੇ ਬੜੇ ਰਾਜ ਭਾਗ ਮਾਣਦੇ ਸੀ ਕਿ ਇਹ ਤਾਂ ਇਕੱਠੇ ਹੁੰਦੇ ਜਾਂਦੇ ਆ। ਰਾਜਸਥਾਨ ਦਾ ਇੱਕ ਜਿਹੜਾ ਆਗੂ ਆ, ਉਹਦੀ ਵੀਡੀਓ ਘੁੰਮ ਰਹੀ ਆ ਜਿਹਦੇ 'ਚ ਉਹ ਕਹਿੰਦਾ ਕਿ SYL ਦਾ ਮਸਲਾ ਕਾਹਦਾ, ਤੁਸੀਂ ਸਾਡੇ ਨਾਲ ਬਹਿ ਕੇ ਗੱਲ ਕਰੋ। ਇਹ ਕੌਣ ਹੁੰਦੇ ਨੇਗੇ ਜਿਹੜੇ ਦਿੱਲੀ ਵਾਲੇ ਆ। ਸੋ ਇਹੋ ਜਿਹੀਆਂ ਗੱਲਾਂ ਚੱਲ ਰਹੀਆਂ ਨੇ ਕਿ ਲੋਕਾਂ ਨੂੰ ਸਮਝ ਲੱਗਣ ਲੱਗ ਪਈ ਆ। ਹਰਿਆਣੇ ਵਾਲੇ ਕਹਿੰਦੇ ਆ ਤੁਹਾਡੀ ਗੱਲ ਬਿਲਕੁਲ ਠੀਕ ਆ, ਤੁਹਾਡੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਆ ਸਾਡੇ 'ਚ ਰਲਾਏ ਗਏ। ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਸਤਲੁਜ ਦਰਿਆ ਦੇ ਪਾਣੀਆਂ ਉੱਤੇ ਸਾਡਾ ਕੋਈ ਹੱਕ ਨਹੀਂ ਬਣਦਾ। ਅਜੇ ਹੋਰ ਵੀ ਜਿਹੜੇ ਇਹਨਾਂ ਨੇ ਇਹੋ ਜਿਹੇ ਮੁੱਦੇ ਖੜੇ ਕਰਕੇ ਸਾਨੂੰ ਲੜਾ ਮਾਰਨਾ ਸ਼ੁਰੂ ਕੀਤਾ ਹੋਇਆ, ਉਹਨਾਂ ਦੀ ਗੱਲ ਜਿਹੜੀ ਹੈਗੀ ਆ ਉਹ ਚੱਲੂਗੀ। ਮੈਂ ਇਹ ਕਹਿੰਦਾ, ਅੱਜ ਇੱਕ ਸੱਜਣ ਦਾ ਫੋਨ ਆਇਆ, ਕਹਿੰਦਾ ਜੀ ਅੰਦੋਲਨ ਛੇਤੀ ਤੋਂ ਛੇਤੀ ਖਤਮ ਹੋ ਜਾਣਾ ਚਾਹੀਦਾ। ਉਹਨੇ ਗੱਲ ਕਹੀ ਤੇ ਮੈਨੂੰ ਵੀ ਲੱਗੀ, ਔਰ ਚਾਹੁੰਦੇ ਵੀ ਆਪਾਂ ਸਾਰੇ ਇਹੀ ਆ ਕਿ ਅੰਦੋਲਨ ਛੇਤੀ ਖਤਮ ਹੋ ਜਾਣਾ ਚਾਹੀਦਾ। ਪਰ ਜਦੋਂ ਦਾ ਦੇਖਦੇ ਆ ਔਖ ਨੂੰ, ਜਦੋਂ ਦੇਖਦੇ ਆ ਉਹਨਾਂ ਲੋਕਾਂ ਦੀਆਂ ਤਕਲੀਫਾਂ ਨੂੰ, ਤਾਂ ਇਹ ਗੱਲ ਨਿਕਲਦੀ ਆ ਮਨ ਚੋਂ ਕਿ ਅੰਦੋਲਨ ਖਤਮ ਹੋ ਜਾਣਾ ਚਾਹੀਦਾ। ਮੋਦੀ ਸਰਕਾਰ ਛੇਤੀ ਤੋਂ ਛੇਤੀ ਇਹਨੂੰ ਕੰਢੇ ਬੰਨੇ ਲਾਵੇ ਗੱਲ ਨੂੰ। ਪਰ ਜਦੋਂ ਇਹਦੇ ਫਾਇਦੇ ਦੇਖਦੇ ਆ ਕਿ ਜਿਵੇਂ ਬਹੁਤ ਸਾਰੇ ਹਿੰਦੂਆਂ ਨੂੰ ਸਾਡੇ ਬਾਰੇ, ਪੰਜਾਬ ਬਾਰੇ, ਸਿੱਖਾਂ ਬਾਰੇ, ਸਾਡੇ ਆਗੂਆਂ ਬਾਰੇ ਭੁਲੇਖਾ ਸੀਗਾ, ਖਾਲਿਸਤਾਨ ਬਾਰੇ ਭੁਲੇਖਾ ਸੀਗਾ, ਜਿਸ ਤਰੀਕੇ ਨਾਲ ਉਹ ਭੁਲੇਖਾ ਨਿਕਲ ਰਿਹਾ, ਜਿਸ ਤਰੀਕੇ ਨਾਲ ਲੋਕ ਉੱਥੇ ਕਹਿੰਦੇ ਆ ਕਿ ਜੇ ਇੰਨੇ ਚੰਗੇ, ਇੰਨੇ ਵਧੀਆ ਸਿੱਖ ਹੁੰਦੇ ਆ, ਜੇ ਇਹਨੂੰ ਖਾਲਿਸਤਾਨ ਦੀ ਲੜਾਈ ਕਹਿੰਦੇ ਆ, ਫਿਰ ਅਸੀਂ ਸਾਰੇ ਖਾਲਿਸਤਾਨੀ ਆ। ਉਦੋਂ ਲੱਗਦਾ ਕਿ ਇਹ ਅੰਦੋਲਨ ਤਾਂ ਹਜੇ ਹੋਰ ਲੰਮਾ ਚੱਲਣਾ ਚਾਹੀਦਾ। ਤੇ ਜਦੋਂ ਦੇਖਦੇ ਆ ਬਈ ਹਰਿਆਣੇ ਦੇ
ਤੇ ਰਾਜਸਥਾਨ ਦੇ ਉਹ ਲੋਕ ਜਿਨ੍ਹਾਂ ਨੂੰ ਅਸੀਂ ਸਦਾ ਆਪਦੇ ਵਿਰੋਧ ਵਿੱਚ ਖੜੇ ਦੇਖਿਆ, ਜਿਨ੍ਹਾਂ ਨੂੰ ਸਟੇਟ ਗਵਰਨਮੈਂਟ ਜਿਹੜੀ ਆ ਹਮੇਸ਼ਾ ਸਾਡੇ ਦੁਸ਼ਮਣ ਦੇ ਰੂਪ 'ਚ ਰੱਖਦੀ ਆ, ਉਹਨਾਂ ਸਾਹਮਣੇ ਸਾਨੂੰ ਦੁਸ਼ਮਣ ਦੇ ਰੂਪ 'ਚ ਰੱਖਦੀ ਆ ਪੰਜਾਬ ਦੇ ਲੋਕਾਂ ਨੂੰ ਤੇ ਸਿੱਖਾਂ ਨੂੰ। ਜਦੋਂ ਅੱਜ ਉਹਨਾਂ ਦੇ ਨਾਲ ਗੱਲਬਾਤ ਖੁੱਲ੍ਹਦੀ ਆ ਤਾਂ ਜਦੋਂ ਸਾਰੀਆਂ ਕਹਾਣੀਆਂ ਸਾਡੇ ਸਾਹਮਣੇ ਸੂਤਰ ਬਹਿੰਦੀਆਂ ਨੇ ਤੇ ਉਹ ਕਹਿੰਦੇ ਆ ਕਿ ਹਾਂ ਸਾਨੂੰ ਤਾਂ ਸੱਚ ਦੀ ਸਮਝ ਹੁਣ ਲੱਗਣ ਲੱਗੀ ਆ, ਤਾਂ ਉਦੋਂ ਮਨ ਵਿੱਚ ਜ਼ਰੂਰ ਆਉਂਦਾ ਕਿ ਕਾਸ਼ ਇਹ ਅੰਦੋਲਨ ਥੋੜ੍ਹਾ ਜਿਹਾ ਹੋਰ ਤੇਜ਼ ਚਲੇ ਜਾਵੇ। ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਦੀ ਕੌਮ ਦੇ, ਆਪਦੇ ਭਾਈਚਾਰੇ ਦੇ ਜਾਂ ਹੋਰ ਨਾ ਸੱਜਣਾ ਮਿੱਤਰਾਂ ਦੇ ਇਸ ਦੁੱਖ ਦੇ ਵਿੱਚ ਕੋਈ ਖੁਸ਼ੀ ਮਹਿਸੂਸ ਕਰਦੇ ਆ। ਇਹ ਗੱਲ ਤਾਂ ਸਿਰਫ ਕਹਿਣ ਦੀ ਆ, ਪਰ ਦਿਲ 'ਚ ਇਹ ਗੱਲ ਜ਼ਰੂਰ ਹੈ, ਜਜ਼ਬਾ ਜ਼ਰੂਰ ਹੈ ਕਿ ਸਾਰੇ ਭਾਰਤ ਦੇ ਲੋਕਾਂ ਦੇ ਮਨਾਂ ਵਿੱਚ ਸਿੱਖੀ ਬਾਰੇ, ਪੰਜਾਬ ਬਾਰੇ, ਖਾਲਿਸਤਾਨ ਬਾਰੇ ਜਿਹੜੇ ਵਿਰੋਧ, ਜਿਹੜੇ ਗਲਤ ਵਿਚਾਰ ਪਾਏ ਹੋਏ ਨੇ, ਉਹ ਕੱਢਣ ਦਾ ਬੜਾ ਚੰਗਾ ਮੌਕਾ ਸਾਡੇ ਹੱਥ ਲੱਗਿਆ ਹੋਇਆ। ਤੇ ਸਾਡੇ ਭਾਈਚਾਰੇ ਦੇ ਉਹਨਾਂ ਸਾਰੇ ਲੋਕਾਂ ਨੂੰ ਸਲਾਮ ਆ ਜਿਨ੍ਹਾਂ ਨੇ ਇਸ ਮੌਕੇ ਨੂੰ ਪੂਰਾ ਵਰਤਿਆ। ਬੜੇ ਨਾਜ਼ੁਕ ਮੋੜ ਉੱਤੇ ਜਦੋਂ ਸਾਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਨਸ਼ੇੜੀ, ਅਯਾਸ਼ ਤੇ ਬਦਮਾਸ਼ ਕਹਿ ਕੇ ਹਰ ਪਾਸਿਓਂ ਰੱਦ ਕੀਤਾ ਹੋਇਆ ਸੀ, ਉਸ ਮੌਕੇ ਪੰਜਾਬ ਦੀ ਇੱਕ ਚੰਗੀ ਤਸਵੀਰ ਸਾਰੇ ਸੰਸਾਰ ਵਿੱਚ ਗਈ ਆ। ਤੇ ਜਿਵੇਂ ਕਹਿੰਦੇ ਹੁੰਦੇ ਆ ਨਾ, ਕਲਾ ਵਰਤਣੀ, ਉਹ ਕਲਾ ਵਰਤ ਚੁੱਕੀ ਆ। ਮੋਦੀ ਨੇ ਇਹ ਜਿਹੜੀ ਛੇੜਖਾਨੀ ਛੇੜੀ, ਮੋਦੀ ਦਾ ਤਾਂ ਧੰਨਵਾਦ ਹੀ ਕਰਨ ਨੂੰ ਜੀ ਕਰਦਾ ਵੀ ਜਿਹੜਾ ਤੂੰ ਸਾਰੇ ਲੋਕਾਂ ਤੋਂ ਸਾਡੇ ਬਾਰੇ ਚੰਗਾ ਕਹਾਤਾ। ਸਾਨੂੰ ਤਾਂ ਸਾਰੀ ਦੁਨੀਆ ਦੇ ਵਿੱਚ ਇੰਨਾ ਭੰਡਿਆ ਗਿਆ, ਕਰੋੜਾਂ ਰੁਪਏ ਹਰ ਸਾਲ ਖਰਚੇ ਜਾਂਦੇ ਆ। ਤੇ ਆ ਜਿਹੜੇ ਸਾਡੇ ਕਈ 1995 ਤੋਂ ਬਾਅਦ ਸਿੱਖਾਂ ਨੂੰ ਗੁਰੂ ਸਿਧਾਂਤ ਤੋਂ ਤੋੜਨ ਲਈ ਤੇ ਗੁਰੂ ਦੇ ਇਤਿਹਾਸ ਤੋਂ ਤੋੜਨ ਦੇ ਲਈ, ਸਿੱਖ ਇਤਿਹਾਸ ਤੋਂ ਤੋੜਨ ਲਈ ਜਿਹੜੇ ਆ ਨਵੇਂ ਸਲਾਰੂ ਜੇ ਪੈਦਾ ਕੀਤੇ ਸੀ, ਜਿਨ੍ਹਾਂ ਨੇ ਪਿਛਲੇ 25-30 ਸਾਲ ਦੇ ਵਿੱਚ ਸਿੱਖਾਂ ਦੇ ਮਨਾਂ ਦੇ ਵਿੱਚ ਕਲਗੀਧਰ ਦੇ ਲਾਲ ਬਣਨ ਦੀ ਥਾਂ ਮਾਤਾ ਦਾ ਮਾਲ ਬਣਨ ਵਾਲੀ ਜਿਹੜੀ ਬਿਰਤੀ ਆ। ਦੇਖੋ ਕਮਾਲ ਦੀ ਗੱਲ, ਧਾਰਮਿਕ ਖੇਤਰ ਦੇ ਵਿੱਚ ਉਹ ਲੋਕ ਛਾ ਗਏ ਜਿਹੜੇ ਸਾਨੂੰ ਸ਼ਰਧਾ ਤੇ ਸਤਿਕਾਰ, ਧਰਮ, ਇਤਿਹਾਸ ਤੇ ਬਾਣੀ ਨਾਲੋਂ ਤੋੜ ਕੇ ਕੁਝ ਹੋਰ ਹੀ ਬਣਾਈ ਜਾਂਦੇ ਆ। ਅਸ਼ਰਧਕ, ਨਾਸਤਕ ਤੇ ਕਹਿੰਦੇ ਆਪਦੇ ਆਪ ਨੂੰ ਇਹ ਆ ਕਿ ਅਸੀਂ ਬੜੇ ਵਿਦਵਾਨ ਆ। ਇਹੋ ਜਿਹੀ ਵਿਦਵਤਾ ਕੀ ਫੋੜੇ ਤੇ ਰਗੜ ਕੇ ਲਾਉਣੀ ਆ ਜਿਹੜੀ ਤੁਹਾਨੂੰ ਗੁਰੂ ਨਾਲੋਂ ਤੋੜ ਦੇਵੇ। ਤੇ ਦੂਜੇ ਪਾਸੇ ਰਾਜਨੀਤਿਕ ਖੇਤਰ ਵਿੱਚ ਉਹ ਯੋਧੇ ਬਾੜਤੇ ਜਿਹੜੇ ਕਹਿੰਦੇ ਜੀ ਸਾਰੇ ਅਧਿਕਾਰ ਬਾਦਲ ਨੂੰ, ਤੇ ਬਾਦਲ ਸਾਹਿਬ ਕਹਿੰਦੇ ਆ ਜੀ ਬਿਨਾਂ ਸ਼ਰਤ ਸਮਰਥਨ ਦਿੰਦੇ ਆ ਭਾਜਪਾ ਨੂੰ। ਉਹ ਭਾਜਪਾ, ਉਹ RSS, ਉਹ ਰਾਸ਼ਟਰੀ ਸਿੱਖ ਸੰਗਤ ਜਿਹੜੀ ਸਿੱਖਾਂ ਅਤੇ ਸਿੱਖ ਧਰਮ ਦੀ ਸ਼ਰੇਆਮ ਦੁਸ਼ਮਣ ਹੋਵੇ, ਕਾਂਗਰਸ ਨਾਲੋਂ ਵੀ ਖਤਰਨਾਕ ਹੋਵੇ, ਕਾਮਰੇਡਾਂ ਨਾਲੋਂ ਵੀ ਖਤਰਨਾਕ ਹੋਵੇ, ਉਹਦੇ ਨਾਲ ਸਭ ਤੋਂ ਨੇੜਲੀ ਜਾਰੀ ਪਾ ਕੇ ਬਹਿ ਗਏ। ਦੁਸ਼ਮਣ ਨੂੰ ਅੱਡ ਵਰਗਾਂ 'ਚ ਵੰਡਿਆ ਜਾਂਦਾ, ਇੱਕ A ਗ੍ਰੇਡ ਦੁਸ਼ਮਣ, B ਗ੍ਰੇਡ ਦੁਸ਼ਮਣ, C ਗ੍ਰੇਡ ਦੁਸ਼ਮਣ। ਕਾਮਰੇਡ ਜਿਹੜੇ ਨੇ ਉਹ ਆਪਦੇ ਤਰੀਕੇ ਨਾਲ ਸਾਡੇ ਧਰਮ ਦੇ ਖਿਲਾਫ ਭੁਗਤਦੇ ਨੇ, ਉਹਨਾਂ ਨੂੰ ਅਸੀਂ ਸੌਖਾ ਹੀ ਜੱਟ ਲੈਂਦੇ ਆ ਵੀ ਇਹ ਤਾਂ ਨਾਸਤਕ ਆ, ਐਸੀ ਤੈਸੀ ਇਹਨਾਂ ਦੀ। ਕਹਿੰਦਾ ਕਹਾਉਂਦਾ ਕਾਮਰੇਡ ਸਾਡੇ ਸਧਾਰਨ ਜੇ ਸਿੱਖ ਦੇ ਸਾਹਮਣੇ ਜ਼ੀਰੋ ਆ, ਸਿਫਰ ਵਾ। ਉਹਦੀਆਂ ਤਰਕਾਂ ਬਤਰਕਾਂ ਜਿਹੀਆਂ ਨੂੰ ਇੰਨੀ ਗੱਲ ਨਾਲੀ ਵੀ ਚਲੋ ਕੋਈ ਗੱਲ ਨਹੀਂ ਜੀ ਰੱਬ ਦੇਖੂਗਾ, ਇੰਨਾ ਕਹਿ ਕੇ ਕਾਮਰੇਡ ਦੀ ਸਾਰੀ ਜਿਹੜੀ ਉਹ ਤਰਕ ਬਤਰਕ ਜਿਹਾ ਹੁੰਦਾ ਸਾਰਾ ਸਿਫਰ ਹੋ ਜਾਂਦਾ ਉਹਦਾ। ਤੇ ਜਿਹੜੇ ਆ ਕਾਂਗਰਸੀਏ ਨੇ ਇਹ ਜਦੋਂ ਸਾਨੂੰ ਠੋਕਣ ਆਉਂਦੇ ਆ ਫਿਰ ਉਹੋ ਜਿਹੇ ਸਾਡੇ ਬੇਅੰਤ ਸਿੰਘ, ਸਤਵੰਤ ਸਿੰਘ, ਭਾਈ ਦਿਲਾਵਰ ਸਿੰਘ ਵਰਗੇ ਉਹੋ ਜਿਹਾ ਲੇਖਾ ਜੋਖਾ ਭਾਈ ਜਿੰਦੇ ਸੁੱਖੇ ਵਰਗੇ ਕਰ ਲੈਂਦੇ ਆ। ਤੇ ਜਿਹੜਾ ਸਭ ਤੋਂ ਭਿਆਨਕ ਕਿਸਮ ਦਾ ਦੁਸ਼ਮਣ ਆ ਉਹ ਹੈਗੀ ਆ ਭਾਜਪਾ, RSS ਜਿਹੜੀ ਵੀਰ ਜੀ ਕਹਿ ਕੇ ਤੁਹਾਡਾ ਘਾਣ ਕਰੀ ਜਾਂਦੇ ਆ, ਸਿੱਖਾਂ ਨੂੰ ਸਿੱਖੀ ਤੋਂ ਤੋੜੀ ਜਾਂਦੇ ਆ। ਤੇ ਉਹਦੇ ਨਾਲ ਬਾਦਲ ਸਾਹਿਬ ਦੀ ਬਿਨਾਂ ਸ਼ਰਤ ਸਮਰਥਨ ਤੇ ਬਰਗਾੜੀ ਮੋਰਚੇ ਦਾ ਸਿਰਜਣਹਾਰਾ ਤੇ ਬੇਅਦਬੀਆਂ ਕਰਕੇ ਸਾਡੇ ਧਰਮ ਦੇ, ਸਾਡੇ ਇਸ਼ਟ ਦੇ ਬੇਅਦਬੀ ਕਰਨ ਵਾਲੇ ਡੇਰਾ ਸਰਸਾ ਦਾ ਸਮਰਥਕ, ਸਿੱਖੀ ਦੇ ਸਾਰੇ ਦੁਸ਼ਮਣਾਂ ਦਾ ਸਮਰਥਕ ਬਾਦਲ ਪਰਿਵਾਰ ਵੀ ਅੱਜ ਖੂੰਜੇ ਲੱਗਿਆ ਹੈ ਦਿਖ ਰਿਹਾ। ਸੋ ਇਸ ਮੋਰਚੇ ਨੇ ਜਿਹੜਾ ਮੋਦੀ ਸਰਕਾਰ ਦੇ ਪੈਰੋਂ ਖੜਾ ਹੋਇਆ ਬਹੁਤ ਕੁਝ ਸਾਨੂੰ ਸਿਖਾਇਆ। ਇੱਕ ਨਾ ਇੱਕ ਦਿਨ ਮੋਰਚਾ ਦਾ ਫਤਿਹ ਹੋ ਹੀ ਜਾਣਾ, ਪਰ ਇਸ ਮੋਰਚੇ ਦੌਰਾਨ ਜੋ ਕੁਝ ਸਾਡੀ ਝੋਲੀ ਪਿਆ ਉਹਦੇ ਲਈ ਸੱਚੇ ਪਾਤਸ਼ਾਹ ਦੇ ਸ਼ੁਕਰਗੁਜ਼ਾਰ ਹਾਂ ਕਿ ਹੇ ਅਕਾਲ ਪੁਰਖ ਵਾਹਿਗੁਰੂ ਸਾਨੂੰ ਇਹੋ ਜਿਹੇ ਸੰਘਰਸ਼ ਬਖਸ਼ਦਾ ਰਿਹਾ ਕਰ, ਕਿਉਂਕਿ ਜਦੋਂ ਅਸੀਂ ਸੰਘਰਸ਼ ਤੋਂ ਬਾਹਰ ਹੁੰਨੇ ਆ ਉਦੋਂ ਸਾਡੀ ਕੌਮ ਹੋਰ ਪਾਸੇ ਨੂੰ ਚਲੇ ਜਾਂਦੀ ਹੈ, ਤੇ ਜਦੋਂ ਸੰਘਰਸ਼ ਵਿੱਚ ਹੁੰਨੇ ਆ
ਉੱਥੇ ਦਿੱਲੀ ਦੇ ਮੋਰਚੇ ਵਿੱਚ ਜਾ ਕੇ ਸਿੱਖ ਸਿਧਾਂਤਾਂ ਦੀ ਚੜ੍ਹਦੀ ਕਲਾ ਹੋ ਰਹੀ ਹੈ। ਨੀਲੇ ਪੀਲੇ ਦਸਤਾਰੇ ਉੱਪਰ ਦੀ ਗਾਤਰੇ ਕਿਰਪਾਨਾਂ ਤੜਕੇ 4 ਵਜੇ ਇਸ਼ਨਾਨ ਹੋ ਰਿਹਾ ਤੇ ਸਾਰੀ ਜਿਹੜੀ ਦੁਨੀਆ ਉਹ ਦੇਖ ਕੇ ਆਸ਼ਾਸ਼ ਕਰ ਰਹੀ ਹੈ। ਸੋ ਇਹ ਸਾਡਾ ਜਿਹੜਾ 8 ਦਸੰਬਰ ਦਾ ਕੱਲ੍ਹ ਦਾ ਭਾਰਤ ਬੰਦ ਦਾ ਸੱਦਾ, ਉਹਦੀ ਹਮਾਇਤ ਵਿੱਚ ਆਪਾਂ ਡਟਣਾ, ਪਰ ਇਹ ਖਿਆਲ ਰੱਖਣਾ ਕਿ ਕੋਈ ਇਹੋ ਜਿਹੀ ਅਣਸਖਾਵੀਂ ਅਸ਼ਾਂਤੀ ਫੈਲਾਉਣ ਵਾਲੀ ਘਟਨਾ ਨਾ ਵਾਪਰ ਜੇ, ਤੇ ਇਹ ਵੀ ਤਿਆਰੀ ਰੱਖਣੀ ਆ ਕਿ ਕੋਈ ਲੰਡੀ ਬੁੱਚੀ ਐਵੇਂ ਕਿਸੇ ਗੱਲ ਤੋਂ ਸਾਡੇ ਕਿਸੇ ਬਜ਼ੁਰਗ ਦੀ, ਕਿਸੇ ਧੀ ਭੈਣ ਦੀ ਬੇਅਦਬੀ ਨਾ ਕਰ ਜੇ। ਸ਼ਾਂਤੀ ਮੁਕੰਮਲ ਰੱਖਣੀ ਆ, ਪਰ ਉਹ ਸ਼ਾਂਤੀ ਜਿਹੜੀ ਸਾਡੀ ਪੱਗ ਲੈ ਕੇ ਸ਼ਾਂਤੀ ਹੋਵੇ, ਉਹ ਸ਼ਾਂਤੀ ਜਿਹੜੀ ਸਾਡੀਆਂ ਬੇਪੱਤੀ ਕਰਾ ਕੇ ਸ਼ਾਂਤੀ ਹੋਵੇ, ਉਹਦੇ ਅਸੀਂ ਕੋਈ ਹਾਮੀ ਨਹੀਂ ਹੈਗੇ। ਗੁਰੂ ਅਰਜਨ ਪਾਤਸ਼ਾਹ ਤੇ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਬਹੁਤ ਕੁਝ ਸਿਖਾ ਕੇ ਗਏ ਨੇ, ਪਰ ਕਲਗੀਧਰ ਸ਼ਹਿਨशाह ਸਾਨੂੰ ਇਹ ਵੀ ਸਿਖਾ ਕੇ ਗਏ ਨੇ ਕਿ ਜਬ ਆਪ ਕੀ ਆਉ ਦੇ ਨਿਧਾਨ ਬਣੇ ਅਤ ਹੀਰਨ ਮੈਂ ਤਬ ਜੂਝ ਮਰੋ। ਮਤਲਬ ਕਿ ਗੱਲ ਸਾਰਿਆਂ ਹੀਲਿਆਂ ਤੋਂ ਲੰਘ ਜਾਵੇ, ਜੈਜ ਤਦੋਂ ਹੱਥ ਹੈ ਤਲਵਾਰ ਫੜਨੀ, ਚੁੰਕਾਰ ਅਜਾ ਹਮ ਹੀਲ ਤੇ ਦਰਗਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।